ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਿਓ, ਅੱਜ ਆਪਾਂ ਇਹ ਵਿਚਾਰ ਕਰਾਂਗੇ ਕਿ ਅਸੀਂ ਪਿਛਲੇ ਜਨਮ ਵਿੱਚ ਕੀ ਸਾਂ ਅਤੇ ਇਹ ਜਿਹੜਾ ਜਨਮ ਸਾਨੂੰ ਕਿਵੇਂ ਪ੍ਰਾਪਤ ਹੋਇਆ। ਗੁਰਬਾਣੀ ਦੇ ਆਧਾਰ 'ਤੇ ਹੀ ਅਸੀਂ ਵਿਚਾਰ ਕਰਾਂਗੇ। ਆਓ ਆਪਾਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਜੋ ਕਿ 176 ਅੰਗ 'ਤੇ ਹੈ ਉਸ ਤੋਂ ਸ਼ੁਰੂ ਕਰਦੇ ਹਾਂ। ਗੁਰੂ ਜੀ ਫਰਮਾਉਂਦੇ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਹੁਣ ਆਪਾਂ ਇਹ ਚਾਰ ਤੁਕਾਂ ਤੇ ਪਹਿਲਾਂ ਇਹਦੇ ਆਖਰੀ ਅਰਥ ਕਰਾਂਗੇ। ਕਈ ਜਨਮ ਭਏ ਕੀਟ ਪਤੰਗਾ, ਤੈਨੂੰ ਕਈ ਜਨਮਾਂ ਦੇ ਵਿੱਚ, ਪਿਛਲੇ ਜਨਮਾਂ ਦੇ ਵਿੱਚ ਕੀੜਾ ਪਤੰਗਾ ਬਣਾਇਆ ਗਿਆ। ਤੈਨੂੰ ਕਈ ਜਨਮਾਂ ਵਿੱਚ ਹਾਥੀ, ਮੱਛਲੀ ਅਤੇ ਹਿਰਨ ਬਣਾਇਆ ਗਿਆ। ਤੈਨੂੰ ਕਈ ਜਨਮਾਂ ਵਿੱਚ ਪੰਛੀ ਅਤੇ ਸੱਪ ਬਣਨਾ ਪਿਆ ਤੇ ਕਈ ਜਨਮਾਂ ਵਿੱਚ ਤੈਨੂੰ ਬਲਦ ਤੇ ਘੋੜੇ ਬਣਾ ਕੇ ਜੋਇਆ ਗਿਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਤੈਨੂੰ ਹੁਣ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋ ਗਿਆ ਹੈ ਤੇ ਹੁਣ ਤੂੰ ਉਸ ਜਗਦੀਸ਼ ਦੀ, ਉਸ ਪ੍ਰਮਾਤਮਾ ਦੀ ਜਿਹੜੀ ਹੈ ਉਹ ਤੇਰੀ ਵਾਰੀ ਹੈ ਉਹਨੂੰ ਮਿਲਣ ਦੀ। ਇਹ ਤੇਰੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਇਹ ਦੇਹੀ ਤੈਨੂੰ ਬਹੁਤ ਹੀ ਚਿਰੋਕਣੀ, ਬਹੁਤ ਹੀ ਦੇਰ ਬਾਅਦ ਤੈਨੂੰ ਇਹ ਮਿਲੀ ਹੈ। ਤੋਂ ਇਸ ਤੋਂ ਅੱਗੇ ਸ਼ਬਦ ਦੀਆਂ ਤੁਕਾਂ ਹਨ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਤੈਨੂੰ ਚਟਾਨਾਂ ਤੇ ਪੱਥਰ ਬਣਨਾ ਪਿਆ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਤੈਨੂੰ ਗਰਭ ਦੇ ਵਿੱਚ ਹੀ, ਮਤਲਬ ਕਿ ਤੇਰੀ ਮਾਂ ਦਾ ਗਰਭ ਹੀ ਛੱਟਦਾ ਰਿਹਾ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮ ਤੈਨੂੰ ਰੁੱਖਾਂ, ਕਿਸਮ ਕਿਸਮ ਦੇ ਰੁੱਖਾਂ ਨੂੰ ਬਣਾ ਕੇ ਪੇਸ਼ ਕੀਤਾ ਗਿਆ। 184 ਜੂਨ ਭਰਮਾਇਆ ਤੇ ਇਸੇ ਤਰ੍ਹਾਂ ਤੈਨੂੰ 84 ਲੱਖ ਜੂਨਾਂ ਦੇ ਵਿੱਚ ਭਵਾਇਆ ਗਿਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਹੁਣ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋ ਗਿਆ। ਤੇ ਤੂੰ ਕੀ ਕਰ ਸੇਵਾ, ਭਜ ਹਰ ਹਰ ਗੁਰਮਤ। ਤੂੰ ਸੇਵਾ ਕਰ, ਸਾਧ ਸੰਗਤ ਵਿੱਚ ਆ, ਗੁਰੂ ਦੀ ਮੱਤ ਲੈ ਲੈ ਤੇ ਤੂੰ ਭਜਨ ਬੰਦਗੀ ਕਰ। ਤਿਆਗ ਮਾਨ ਝੂਠ ਅਭਿਮਾਨ, ਝੂਠ ਮਾਨ ਤੇ ਅਹੰਕਾਰ ਨੂੰ ਤਿਆਗ ਦੇ। ਜੀਵਤ ਮਰੈ ਦਰਗਹਿ ਪ੍ਰਵਾਨ, ਆਪਣੇ ਆਪ ਨੂੰ ਜਿਉਂਦੇ ਦਾ ਹੀ ਆਪਾ ਭਾਵ ਜਿਹੜਾ ਹੈ ਤੂੰ ਉਹ ਮਾਰ ਲੈ, ਤਾਂ ਹੀ ਤੂੰ ਦਰਗਾਹ ਦੇ ਵਿੱਚ, ਗੁਰੂ ਦੀ ਜਿਹੜੀ ਸਤਿਗੁਰੂ ਦੀ ਦਰਗਾਹ ਹੈ ਪਰਮਾਤਮਾ ਦੀ, ਉਹਦੇ ਵਿੱਚ ਪ੍ਰਵਾਨ ਹੋਏਗਾ। ਜਿਉਂਦਿਆਂ ਹੀ ਆਪਾ ਭਾਵ ਮਾਰ ਲੇਗਾ ਤਾਂ। ਜੋ ਕਿਛ ਹੁਆ ਸੋ ਤੁਝ ਤੇ ਹੋਦ, ਜੋ ਕੁਛ ਹੁਆ ਸੋ ਤੁਝ ਤੇ ਹੋਗ, ਅਵਰ ਨ ਦੂਜਾ ਕਰਨੇ ਜੋਗ। ਜੋ ਕੁਛ ਹੋ ਰਿਹਾ ਹੈ ਇਹ ਬੰਦੇ ਦੀ ਤਾਂ ਕੋਈ ਸਮਰੱਥਾ ਨਹੀਂ ਹੈ ਸਿਮਰਨ ਕਰਨ ਦੀ। ਇਹ ਵਾਹਿਗੁਰੂ ਜੀ, ਇਹ ਤੁਸੀਂ ਤੁਹਾਡੇ ਹੁਕਮ ਨਾਲ ਹੀ ਹੋ ਰਿਹਾ ਹੈ ਤੇ ਹੋਰ ਕੋਈ ਦੂਜਾ ਨਹੀਂ ਹੈ ਇਸ ਸੰਸਾਰ ਦੇ ਅੰਦਰ ਜੋ ਇਹ ਕਰ ਸਕੇ। ਤਾਂ ਮਿਲੀਏ ਜਾਂ ਲੈ ਮਿਲਾਏ, ਕਹੋ ਨਾਨਕ ਹਰ ਹਰ ਗੁਣ ਗਾਏ। ਜੇ ਪ੍ਰਭੂ ਦੀ ਕਿਰਪਾ ਹੋਵੇ
ਤਾਂ ਉਹ ਆਪਣੇ ਜੀਵ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਤੇ ਫਿਰ ਉਹ ਜਿਹੜਾ ਜੀਵ ਹੈ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ। ਸੋ ਇਹ ਅਖਰੀ ਅਰਥ ਸਨ। ਤੇ ਹੁਣ ਆਪਾਂ ਆਓ ਅੱਗੇ ਵਿਚਾਰ ਵੱਲ ਅੱਗੇ ਵਧੀਏ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਸਮਝਾਇਆ ਹੈ ਕਿ ਹੇ ਬੰਦਿਆ, ਤੂੰ ਇਹ ਨਾ ਸਮਝ ਕਿ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਅੱਜ ਹੀ ਮਿਲਿਆ ਹੈ। ਇਹ ਤੇਰੀ ਜੀਵ ਆਤਮਾ ਜਿਹੜੀ, ਇਹ ਤਾਂ ਕਈ ਜੂਨਾਂ ਦੇ ਵਿੱਚ ਭਟਕ ਕੇ ਇਹ ਚਿਰਾਂ ਤੋਂ ਭਟਕ ਰਹੀ ਸੀ, ਵਿਛੜੀ ਹੋਈ ਸੀ। ਤੇ ਇਹ ਤਾਂ ਹੁਣ ਨਹੀਂ ਹੈ ਕਿ ਤੂੰ ਸਮਝੇ ਵੀ ਮੈਨੂੰ ਹੁਣੇ ਹੀ ਜਨਮ ਮਿਲਿਆ ਹੈ, ਇਸ ਵਾਰੀ ਹੋਈ। ਕਬੀਰ ਜੀ ਪੰਨਾ, ਕਬੀਰ ਜੀ ਜੋ ਹੈ ਉਹ ਅੰਗ 326 ਤੇ ਫਰਮਾਉਂਦੇ ਹਨ, ऐसे घर हम बहुत बसाए जब हम राम गर्भ होया है। ਇਹੋ ਜਿਹੇ ਘਰ ਤੇ ਅਸੀਂ ਬੜੇ ਹੀ ਵਸਾਏ, ਲੱਖਾਂ ਵਸਾਏ, ਤੇ ਉਸ ਤੋਂ ਬਾਅਦ ਫਿਰ ਗਰਭ ਦੇ ਵਿੱਚ ਆ ਕੇ ਅਸੀਂ ਟਿਕੇ ਤੇ ਫਿਰ ਸਾਨੂੰ ਮਨੁੱਖਾ ਦੇ ਹੀ ਮਿਲੀ। ਪਤਾ ਨਹੀਂ ਕਿੰਨੇ ਜਨਮ ਅਸੀਂ ਕੀੜੀਆਂ ਦੀਆਂ ਮਾਵਾਂ ਦੇ ਪੇਟ ਚੋਂ ਜਨਮ ਲਿਆ। 8 ਲੱਤਾਂ ਵਾਲੀਆਂ ਮਾਵਾਂ, 4 ਲੱਤਾਂ ਵਾਲੀਆਂ ਮਾਵਾਂ, 2 ਲੱਤਾਂ ਵਾਲੀਆਂ ਮਾਵਾਂ, ਤੇ ਕਿਸ ਤਰ੍ਹਾਂ ਅਸੀਂ ਇਹ ਜਨਮ ਲੰਘ ਕੇ ਆਏ ਤੇ ਪ੍ਰਮਾਤਮਾ ਤੋਂ ਅਸੀਂ ਵਿਛੜੇ ਰਹੇ। ਤੇ ਹੁਣ ਜਿਹੜੀ ਪ੍ਰਮਾਤਮਾ ਦਾ ਮਿਲਣ ਦਾ ਮਕਸਦ ਹੈ ਇਸ ਦੇਹੀ ਦੇ ਵਿੱਚ, ਉਹ ਤਾਂ ਫਿਰ ਮਨੁੱਖਾ ਦੇਹੀ ਦੇ ਵਿੱਚ ਹੀ ਮਿਲ ਸਕਦਾ ਹੈ ਨਾ। ਪਸ਼ੂ ਪੰਛੀਆਂ ਦੀ ਜੂਨ ਵਿੱਚ ਤਾਂ ਅਸੀਂ ਨਹੀਂ ਪਰਮਾਤਮਾ ਦੇ ਨਾਲ ਲੀਨ ਹੋ ਸਕਦੇ। ਤੇ ਮਤਾ ਕਿਤੇ ਇਹ ਜਨਮ ਵੀ ਸਾਡਾ ਪਰਿਵਾਰ ਨੂੰ ਸੰਭਾਲਣ ਵਿੱਚ, ਖਾਣ ਪੀਣ ਵਿੱਚ, ਸੌਣ ਵਿੱਚ ਤੇ ਅੱਛੇ ਕੱਪੜੇ ਪਾਉਣ ਦੇ ਵਿੱਚ ਨਿਕਲ ਜਾਏ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਭਾਵ ਧ੍ਰਿਗ ਦਾ ਮਤਲਬ ਹੈ ਕਿ ਫਿਟਕਾਰ ਹੈ ਐਸੇ ਜਨਮ ਨੂੰ ਜਿਹੜਾ ਕਿ ਸੌਂ ਕੇ, ਖਾ ਕੇ ਤੇ ਵਧੀਆ ਕੱਪੜੇ ਪਾ ਕੇ ਹੀ ਵਿਅਰਥ ਗਵਾ ਦਿੱਤਾ। ਕਿਉਂਕਿ ਇਹ ਫਿਰ ਕੀ ਹੋਇਆ, ਵਿਅਰਥ ਗਵਾ ਦਿੱਤਾ ਨਾ, ਫਿਰ ਕੀ ਹੋਇਆ, ਫਿਰ ਪੌੜੀ ਛੁਟਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਫਿਰ ਤੂੰ ਜਿਹੜਾ ਇਹ ਉੱਤਮ ਜਨਮ ਹੈ ਇਸ ਤੋਂ ਖੁੰਝ ਗਿਆ। ਕਿਉਂਕਿ ਸਰੀਰ ਜਦੋਂ ਆਤਮਾ ਵਿੱਚੋਂ ਨਿਕਲ ਜਾਣੀ ਹੈ ਫਿਰ ਤੇ ਸਰੀਰ ਢੇਰੀ ਹੋ ਜਾਣਾ ਹੈ, ਤੇ ਫਿਰ ਤੇਰਾ ਇਹ ਜਿਹੜਾ ਮੌਕਾ ਹੈ ਹੱਥੋਂ ਖੁੰਝ ਗਿਆ। ਗੁਰੂ ਨਾਨਕ ਦੇਵ ਜੀ ਵੀ ਫਰਮਾਉਂਦੇ ਹਨ ਕਿ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰਾ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹ ਤਾਂ ਕੌਡੀਆਂ ਦੇ ਭਾਗ ਗਵਾ ਦਿੱਤਾ ਇਹ ਜਨਮ ਮਨੁੱਖਾ ਦੇ ਹੀ। ਇਹ ਤੇ ਬੜਾ ਉੱਤਮ ਜਨਮ ਸੀ। ਹੁਣ ਕੀ ਕਰੀਏ? ਹੁਣ ਆਪਾਂ ਸਤ ਸੰਗਿਓ ਸਤਿਗੁਰ ਦੀ ਸ਼ਰਨ ਵਿੱਚ ਆਏ, ਚਲੀਏ। ਸਤਿਗੁਰ ਆਇਓ ਸ਼ਰਨ ਤੁਮਾਰੀ, ਮਿਲੇ ਸੂਖ ਨਾਮ ਹਰ ਸੋਭਾ। ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਸਤਿਗੁਰ ਦੀ ਸ਼ਰਨ ਵਿੱਚ ਆਇਆ, ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਹਨ, ਸੁੱਖ ਵੀ ਮਿਲਦਾ ਹੈ, ਸੋਭਾ ਵੀ ਮਿਲਦੀ ਹੈ। ਤੇ ਇੱਕ ਵਾਰੀ ਤੇ ਐਫਰਟਸ ਤੇ ਕਰ, ਪਰਮਾਤਮਾ ਦੇ ਅੱਗੇ ਵੱਧ। ਪਰਮਾਤਮਾ ਦੇਖ ਤੈਨੂੰ ਕਿਵੇਂ ਅੱਗੋਂ ਲੈਣ ਆਉਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਜੀ ਕਿਵੇਂ ਤੁਸੀਂ ਕਹਿ ਦਿੱਤਾ ਜੀ, ਇਹ ਸਤਿਗੁਰ ਅੱਗੋਂ ਲੈਣ ਆਉਂਦੇ ਹਨ। ਭਾਈ ਲਹਿਣਾ ਜੀ ਸਨ ਨਾ, ਉਹ ਦੇਵੀਆਂ ਦੀ ਪੂਜਾ ਕਰਨ ਜਾਂਦੇ ਸੀ, ਯਾਤਰਾ ਕਰਨ ਜਾਂਦੇ ਸੀ। ਉਹਨਾਂ ਨੂੰ ਇੱਕ ਵਾਰੀ ਭਾਈ ਜੋਧ ਨਾਲ ਉਹਨਾਂ ਦਾ ਪਿੰਡ ਦੇ ਵਿੱਚ ਟਾਕਰਾ ਹੋ ਗਿਆ। ਭਾਈ ਜੋਧ ਗੁਰੂ ਨਾਨਕ ਸਾਹਿਬ ਦੀ ਆਸਾ ਜੀ ਦੀ ਵਾਰ ਦੀ ਤੁਕ ਪੜ੍ਹਦੇ ਜਾ ਰਹੇ ਸੀ ਤੇ ਗੁਰੂ ਅੰਗਦ ਸਾਹਿਬ ਨੇ ਪੁੱਛਿਆ, ਭਾਈ ਲਹਿਣਾ ਜੀ ਨੇ, ਵਾਹਿਗੁਰੂ ਜੀ, ਭਾਈ ਲਹਿਣਾ ਜੀ ਨੇ ਪੁੱਛਿਆ ਕਿ ਇਹ ਤੁਸੀਂ ਕਿਸ ਦੀ ਬਾਣੀ ਪੜ੍ਹ ਰਹੇ ਹੋ?
ਉਹਨਾਂ ਨੇ ਕਿਹਾ ਇਹ ਤਾਂ ਗੁਰੂ ਨਾਨਕ ਦੀ ਬਾਣੀ ਹੈ, ਇਹ ਤਾਂ ਮੇਰੇ ਬਾਬੇ ਨਾਨਕ ਦੀ ਬਾਣੀ ਹੈ। ਤੇ ਉਹ ਕਹਿਣ ਲੱਗੇ ਵੀ ਉਹ ਕਿੱਥੇ ਰਹਿੰਦੇ ਹਨ? ਭਾਈ ਜੋਧ ਨੇ ਕਿਹਾ ਕਿ ਉਹ ਤਾਂ ਕਰਤਾਰਪੁਰ ਰਹਿੰਦੇ ਹਨ। ਤੇ ਭਾਈ ਲਹਿਣਾ ਜੀ ਨੇ ਮਨ ਵਿੱਚ ਸੋਚ ਲਿਆ ਕਿ ਮੈਂ ਅਗਲੀ ਵਾਰੀ ਜਦੋਂ ਯਾਤਰਾ ਤੇ ਜਾਣਾ ਹੈ ਦੇਵੀ ਦੀ, ਤੇ ਮੈਂ ਨਾਨਕ ਨੂੰ ਕਰਤਾਰਪੁਰ ਜ਼ਰੂਰ ਮਿਲ ਕੇ ਆਣਾ ਹੈ। ਉਹ ਦਿਨ ਆ ਗਿਆ, ਰਾਵੀ ਦੇ ਕੰਢੇ ਤੇ ਪਹੁੰਚੇ ਤੇ ਆਪਣੇ ਜੱਥੇ ਨੂੰ ਕਹਿਣ ਲੱਗੇ ਕਿ ਵੀ ਤੁਸੀਂ ਅੱਗੇ ਯਾਤਰਾ ਤੇ ਚਲੇ ਜਾਓ, ਮੈਂ ਜ਼ਰਾ ਕਰਤਾਰਪੁਰ ਨਾਨਕ ਨਾਲ ਜ਼ਰਾ ਮਿਲ ਕੇ ਆਉਣਾ। ਹੁਣ ਦੇਖੋ ਬਾਬਾ ਨਾਨਕ ਤੇ ਜਾਣੀ ਜਾਣ ਸੀ ਨਾ, ਅੱਗੋਂ ਲੈਣ ਲਈ ਤੁਰ ਪਏ। ਰਸਤੇ ਵਿੱਚ ਮਿਲੇ, ਪੁੱਛਿਆ ਕਿੱਧਰ ਜਾ ਰਹੇ ਹੋ ਜੀ, ਕਿਹਨੂੰ ਮਿਲਣਾ ਹੈ? ਤੇ ਲਹਿਣਾ ਜੀ ਨੇ ਕਿਹਾ, ਘੋੜੇ ਤੇ ਸਨ, ਕਿ ਮੈਂ ਤਾਂ ਗੁਰੂ ਨਾਨਕ ਦੀ ਧਰਮਸਾਲ ਵਿੱਚ ਜਾਣਾ ਹੈ। ਕਹਿੰਦੇ ਚਲੋ, ਮੈਂ ਵੀ ਉੱਥੇ ਹੀ ਜਾ ਰਿਹਾ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਉੱਥੇ ਜਾ ਰਿਹਾ ਹਾਂ, ਚਲੋ ਮੈਂ ਤੁਹਾਨੂੰ ਲੈ ਚੱਲਦਾ ਹਾਂ। ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਨਾਲ ਨਾਲ ਤੁਰ ਪਏ। ਉਸ ਤੋਂ ਬਾਅਦ ਕੀ ਹੋਇਆ, ਕੀ ਵਾਪਰਿਆ, ਉਹ ਸਾਰਾ ਇਤਿਹਾਸ ਤੋਂ ਤੁਸੀਂ ਜਾਣੂ ਹੋ ਕਿ ਕਿਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ ਤੇ ਗੁਰੂ ਨਾਨਕ ਦੀ ਦੂਸਰੀ ਜੋਤ ਬਣੇ। ਤੇ ਆਪਾਂ ਜਿਹੜਾ ਡਿਸਕਸ਼ਨ ਚੱਲ ਰਹੀ ਸੀ ਉਹ ਇਹ ਸੀ ਕਿ ਗੁਰੂ ਆਗੇ ਹੋਏ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੇਖੋ ਕਿਸ ਤਰ੍ਹਾਂ ਅੱਗੋਂ ਆ ਕੇ ਲਿਆ। ਹੁਣ ਸਾਧ ਸੰਗਤ ਜੀ, ਮੇਰੇ ਸਤ ਸੰਗੀਓ, ਹੁਣ ਦੇਖੋ ਸਮਾਂ ਇਹ ਚੱਲ ਰਿਹਾ ਹੈ ਕਿ ਕਰੋਨਾ ਵਾਇਰਸ ਤੋਂ ਡਰ ਕੇ ਤਕਰੀਬਨ 1.5 ਮਹੀਨੇ ਤੋਂ ਆਪਾਂ ਅੰਦਰ ਬੈਠੇ ਹਾਂ, ਜਿਸ ਦੀ ਕਿ ਕੋਈ ਦਵਾਈ ਨਹੀਂ ਹੈ। ਪਰ ਜਿਸ ਦੀ ਕੋਈ ਦਵਾਈ ਨਾ ਹੋਵੇ, ਉਸ ਦੀ ਦਵਾਈ ਨਾਮ ਹੈ। ਹੁਣ ਕੋਈ ਪੁੱਛੇਗਾ ਵੀ ਨਾਮ ਨਾਲ ਕਿਸ ਤਰ੍ਹਾਂ ਮਤਲਬ ਦਵਾਈ ਹੋਗੀ? ਦੇਖੋ ਆਪਾਂ ਜਦੋਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਨੂੰ ਦਵਾਈ ਦਿੰਦਾ ਹੈ, ਅਸੀਂ ਡਾਕਟਰ ਤੇ ਵਿਸ਼ਵਾਸ ਕਰਕੇ ਦਵਾਈ ਲੈ ਲੈਂਦੇ ਹਾਂ, ਸਰੀਰ ਤੰਦਰੁਸਤ ਹੋ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਾਮ ਹੈ, ਜਦੋਂ ਉਹ ਅੰਦਰ ਜਾਂਦਾ ਹੈ, ਉਹ ਮਨ ਨੂੰ ਜਿਹੜਾ ਤਕੜਿਆਂ ਕਰਦਾ, ਮਨ ਦੀ ਮੈਲ ਲਾਉਂਦਾ। ਜਨਮ ਜਨਮ ਕੀ ਮਲ ਲਾਗੀ, ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ। ਤੇ ਉਹ ਜਿਹੜੀ ਜਨਮਾਂ ਦੀ ਮੈਲ ਹੈ ਉਹ ਨਾਮ ਨਾਲ ਉਤਰ ਜਾਂਦੀ ਹੈ। ਤੇ ਉਹ ਜਦੋਂ ਮਨ ਤਕੜਾ ਹੁੰਦਾ ਹੈ ਤੇ ਸਰੀਰ ਵੀ ਅਰੋਗ ਹੋ ਜਾਂਦਾ ਹੈ, ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ। ਜਿਹਨੂੰ ਕਿ ਆਪਾਂ ਕਹਿੰਦੇ ਆ, ਡਾਕਟਰ ਕਹਿੰਦੇ ਆ ਕਿ ਆਪਣੀ ਇਮਿਊਨ ਪਾਵਰ ਵਧਾਓ। ਤੇ ਉਹ ਨਾਮ ਨਾਲ ਹੀ ਜਿਹੜਾ ਹੈ, ਇਹ ਸਾਡੀ ਸਭ ਤੋਂ ਵੱਡੀ ਦਵਾਈ ਹੈ। ਸੋ ਸਤ ਸੰਗਿਓ, ਆਪਾਂ ਨਾਮ ਸਿਮਰਨ ਕਰੀਏ, ਸਹਿਜ ਪਾਠ ਕਰੀਏ, ਸਮਾਂ ਵੀ ਹੈ ਆਪਣੇ ਕੋਲ। ਆਪਾਂ ਕਥਾ ਸੁਣੀਏ, ਕੀਰਤਨ ਸੁਣੀਏ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਤੇ ਫਿਰ ਦੁੱਖ ਕੀ, ਇਹ ਕਰੋਨਾ ਕੀ, ਕੋਈ ਵੀ ਦੁੱਖ ਸਾਡੇ ਕੋਲ ਨਹੀਂ ਵਿਆਪ ਸਕਦਾ। ਤੇ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।